किताब तूफाना दा शाह असवार शहीद करतार सिंह सराभा। लेखक सरदार अजमेर सिंह। आवाज़ भाई गुरजंट सिंह रूपोवाली। भाग 5वां। सानेयाल दी सराभे नाल पहली मिलनी। सराभे दा आत्म विश्वास ਅਤੇ विष्णु गणेश पिंगले दी सुखदाई आमद। वाहिगुरू जी का खालसा वाहिगुरू जी की फतेह। ਪਹਿਲਾਂ ਹੀ ਨਿਸ਼ਚਿਤ ਹੋ ਗਿਆ ਸੀ ਕਿ ਮੈਂ ਜਲੰਧਰ ਜਾ ਕੇ ਸਿੱਖ ਨੇਤਾਵਾਂ ਨਾਲ ਮੁਲਾਕਾਤ ਕਰਾਂਗਾ। ਉਸ ਸਮੇਂ ਨਵੰਬਰ ਦਾ ਮਹੀਨਾ ਖਤਮ ਹੋਣ ਵਾਲਾ ਸੀ। ਨੋਟ ਤੱਥਾਂ ਦੀ ਪੁਣ-ਛਾਣ ਤੋਂ ਇਹ ਸਹੀ ਸਾਬਤ ਹੋਇਆ ਹੈ ਕਿ ਸਾਨੇਆਲ 30 ਨਵੰਬਰ ਨੂੰ ਪੰਜਾਬ ਆਇਆ ਸੀ। ਪੱਛਮ ਵਿੱਚ ਠੰਡ ਦਾ ਮੌਸਮ ਸੀ। ਸਰਦੀਆਂ ਦੀ ਸਵੇਰ ਨੂੰ ਲੁਧਿਆਣਾ ਗੱਡੀ ਪਹੁੰਚਦਿਆਂ ਹੀ ਦੇਖਿਆ ਕਿ ਮੇਰੇ ਮਿੱਤਰ ਦੇ ਇੱਕ ਜਾਣੂ ਸਿੱਖ ਨੌਜਵਾਨ ਸਾਡੀ ਉਡੀਕ ਕਰ ਰਹੇ ਸਨ। ਮਿੱਤਰ ਨੇ ਇਹਨਾਂ ਨਾਲ ਮੇਰੀ ਜਾਣ ਪਛਾਣ ਕਰਾ ਦਿੱਤੀ। ਇਹੀ ਕਰਤਾਰ ਸਿੰਘ ਸਨ। ਇਹ ਗੱਡੀ 'ਚ ਸਵਾਰ ਹੋ ਕੇ ਸਾਡੇ ਨਾਲ ਜਲੰਧਰ ਲਈ ਰਵਾਨਾ ਹੋ ਗਏ। ਰਾਹ ਵਿੱਚ ਥੋੜ੍ਹੀ ਬਹੁਤ ਗੱਲਬਾਤ ਹੋਈ। ਉਹਨਾਂ ਤੋਂ ਪਤਾ ਲੱਗਾ ਕਿ ਇਸ ਸਮੇਂ ਲੁਧਿਆਣਾ ਵਿੱਚ 200-300 ਵਿਅਕਤੀ ਇਕੱਠੇ ਹੋਏ ਨੇ। ਵੱਖੋ ਵੱਖਰੇ ਕੰਮ ਕਰਨ ਲਈ ਇਹ ਲੋਕ ਵੱਖੋ ਵੱਖਰੇ ਪਾਸੇ ਭੇਜੇ ਜਾਣਗੇ। ਇਹ ਲੋਕ ਗੁਰਦੁਆਰੇ ਇਕੱਠੇ ਹੁੰਦੇ ਸਨ। ਬੰਗਾਲੀਆਂ ਇਨਕਲਾਬੀਆਂ ਦੀ ਸਿੱਖਾਂ ਨਾਲ ਇਤਿਹਾਸ ਵਿੱਚ ਪਹਿਲੀ ਵਾਰ ਸੰਗਰਾਮੀ ਸਾਂਝ ਪੈਣ ਜਾ ਰਹੀ ਸੀ। ਉਹਨਾਂ ਦਾ ਪੰਜਾਬ ਦੇ ਕੁਝ ਗਰਮ ਖਿਆਲੀ ਸਮਝੇ ਜਾਂਦੇ ਹਿੰਦੂ ਆਰੀਆ ਸਮਾਜੀਆਂ ਨਾਲ ਤਾਂ ਰਾਬਤਾ ਬਣਿਆ ਹੋਇਆ ਸੀ। ਸਾਨੇਆਲ ਦੇ ਸਵੈ ਕਥਨ ਅਨੁਸਾਰ ਦੇਸ਼ ਅੰਦਰ ਉਹਨਾਂ ਦਾ ਕਲਕੱਤੇ ਤੇ ਕਾਂਸ਼ੀ ਤੋਂ ਇਲਾਵਾ ਤੀਜਾ ਕੇਂਦਰ ਲਾਹੌਰ ਸੀ। ਪਰ ਸਿੱਖਾਂ ਨਾਲ ਪਹਿਲੀ ਵਾਰ ਮੇਲ ਹੋ ਰਿਹਾ ਸੀ। ਸਿੱਖਾਂ ਦੀ ਜੁਝਾਰੂ ਸਪਿਰਟ, ਨਿਡਰਤਾ ਤੇ ਬਗਾਵਤ ਦੀਆਂ ਤਿਆਰੀਆਂ ਦੇਖ ਕੇ ਜਿੱਥੇ ਉਹਨਾਂ ਦੇ ਮਨਾਂ ਅੰਦਰ ਖੁਸ਼ੀ ਤੇ ਉਮੀਦ ਦੀਆਂ ਲਹਿਰਾਂ ਉੱਠ ਖੜੀਆਂ ਸਨ, ਉੱਥੇ ਨਾਲ ਹੀ ਦਿਲਾਂ ਦੀ ਕਿਸੇ ਤਹਿ ਅੰਦਰ ਸਿੱਖਾਂ ਬਾਰੇ ਕੁਝ ਸ਼ੰਕੇ ਵੀ ਪਲ ਰਹੇ ਸਨ। ਸਾਨੇਆਲ ਦਾ ਹੇਠ ਦਿੱਤਾ ਬਿਰਤਾਂਤ ਉਹਨਾਂ ਦੀ ਇਸ ਮਨੋ ਅਵਸਥਾ ਦੀ ਸਾਫ਼ ਤਸਵੀਰ ਪੇਸ਼ ਕਰਦਾ ਹੈ। ਉਸ ਦਿਨ ਦੀ ਗੱਲ ਮੈਨੂੰ ਚੰਗੀ ਤਰ੍ਹਾਂ ਯਾਦ ਏ। ਗੱਡੀ ਦੇ ਡੱਬੇ ਵਿੱਚ ਅਸੀਂ ਕਈ ਵਿਅਕਤੀ ਸੀ ਅਤੇ ਸਾਰਿਆਂ ਦੇ ਹਿਰਦੇ ਵਿੱਚ ਕਈ ਤਰ੍ਹਾਂ ਦੇ ਭਾਵ ਸਨ। ਅਸੀਂ ਤਿੰਨੇ ਕਿਤੇ ਕਿਤੇ ਅੱਧੀ ਗੱਲ ਕਰ ਲੈਂਦੇ ਸੀ, ਪਰ ਦਿਲ ਵਿੱਚ ਪਤਾ ਨਹੀਂ ਕਿੰਨੇ ਤਰ੍ਹਾਂ ਦੀਆਂ ਭਾਵਨਾਵਾਂ ਉਮੜ ਰਹੀਆਂ ਸਨ। ਮੈਂ ਸਾਰੇ ਰਸਤੇ ਇਹੀ ਸੋਚਦਾ ਗਿਆ ਕਿ ਇਸ ਸਿੱਖ ਦਲ ਦੇ ਨੌਜਵਾਨ ਪਤਾ ਨਹੀਂ ਕਿਹੋ ਜਿਹੇ ਹੋਣਗੇ, ਉਹਨਾਂ ਦੀ ਸਿੱਖਿਆ ਵਿਦਿਆ ਕਿਹੋ ਜਿਹੀ ਹੋਵੇਗੀ। ਇੰਨੇ ਵੱਡੇ ਉਤਸ਼ਾਹ ਨਾਲ ਭਰੇ ਇਸ ਸਮੂਹ ਨੂੰ ਅਸੀਂ ਕਿਸ ਤਰ੍ਹਾਂ ਸੰਜਮ ਵਿੱਚ ਲਿਆ ਕੇ ਆਪਣਾ ਟੀਚਾ ਹਾਸਲ ਕਰ ਸਕਾਂਗੇ ਵਰਗੇ ਸੈਂਕੜੇ ਸਵਾਲ ਸਾਰੇ ਰਾਹ ਅੰਦਰੋਂ ਅੰਦਰੀ ਮੈਨੂੰ ਤੰਗ ਕਰਦੇ ਰਹੇ। ਨਾਲ ਹੀ ਆਨੰਦ ਦਾ ਇੱਕ ਸੋਮਾ ਹਿਰਦੇ ਵਿੱਚ ਆਪ ਮੁਹਾਰੇ ਵਗਿਆ ਤੁਰਿਆ ਜਾ ਰਿਹਾ ਸੀ ਕਿ ਇਸ ਵਾਰ ਜੀਵਨ ਦਾ ਸੁਪਨਾ ਸਫਲ ਹੋਣ ਜਾ ਰਿਹਾ ਹੈ। ਜੁਗਾਂ ਜੁਗਾਂਤਰਾਂ ਦਾ ਹਨੇਰਾ ਇਸ ਵਾਰ ਦੂਰ ਹੋ ਜਾਏਗਾ। ਪਰ ਇੱਕ ਗੱਲ ਹੋਰ ਨੂੰ ਸੋਚਦਿਆਂ ਹੀ ਹਿਰਦਾ ਜ਼ਖਮੀ ਹੋ ਜਾਂਦਾ ਸੀ। ਉਹ ਇਹ ਕਿ ਬੰਗਾਲ ਅੱਜ ਕਿੰਨਾ ਪਛੜਿਆ ਹੋਇਆ ਹੈ। ਬੰਗਾਲ ਦੀ ਸੈਂਕੜੇ ਹਜ਼ਾਰਾਂ ਸਾਲਾਂ ਦੀ ਕਲੰਕ ਦੀ ਸਿਆਹੀ ਜਿਵੇਂ ਗਾੜੀ ਹੋ ਕੇ ਮੈਨੂੰ ਲਗਾਤਾਰ ਤੜਫਾ ਰਹੀ ਸੀ। ਇਸੇ ਕਰਕੇ ਬੰਗਾਲ ਵਿੱਚ ਜਾ ਕੇ ਕੰਮ ਕਰਨ ਦੀ ਮੇਰੀ ਬਹੁਤ ਇੱਛਾ ਸੀ। ਲੁਧਿਆਣਾ ਪਿੱਛੇ ਰਹਿ ਗਿਆ ਅਤੇ ਅਸੀਂ ਇੱਕ ਹੋਰ ਸਟੇਸ਼ਨ ਤੇ ਪਹੁੰਚੇ। ਕਰਤਾਰ ਸਿੰਘ ਨੇ ਬੁਲੇਟਿਨ ਨਾਮ ਦਾ ਸਮਾਚਾਰ ਪੱਤਰ ਲਿਆ। ਇਸ ਵਿੱਚ ਪੜ੍ਹਿਆ ਕਿ ਕਲਕੱਤੇ ਦੀ ਮੁਸਲਮਾਨ ਪਾੜਾ ਲੇਨ ਵਿੱਚ ਬੰਬ ਧਮਾਕਾ ਹੋਇਆ। ਸਮਾਚਾਰ ਸੀ ਕਿ ਖੁਫੀਆ ਪੁਲਿਸ ਦੇ ਡਿਪਟੀ ਸੁਪਰਡੈਂਟ ਸ੍ਰੀਮਾਨ ਬਸੰਤ ਚੈਟਰਜੀ ਦੇ ਘਰ 2-3 ਬੰਬ ਸੁੱਟੇ ਗਏ ਹਨ, ਪਰ ਬਸੰਤ ਬਾਸੂ ਇਸ ਵਾਰ ਸਾਫ਼ ਬਚ ਗਏ। ਸਮਾਚਾਰ ਪੜ੍ਹ ਕੇ ਬਹੁਤ ਸਾਰੀਆਂ ਗੱਲਾਂ ਮੈਂ ਸਮਝ ਲਈਆਂ। ਇਹਨਾਂ ਬੰਬ ਗੋਲਿਆਂ ਦੇ ਫਟਣ ਨਾਲ ਭਾਰਤ ਵਿੱਚ ਚਾਰੇ ਪਾਸੇ ਦੇਸ਼ ਭਗਤਾਂ ਦੇ ਵਿਚਕਾਰ ਜਿਵੇਂ ਕਿ ਇੱਕ ਜਾਗਰਤੀ ਜਹੀ ਦਿਸ ਪੈਂਦੀ ਸੀ। ਸਾਰੇ ਜਾਂ ਕਹਿ ਲਓ ਬਹੁਤੇ ਲੋਕ ਸਮਝਦੇ ਸਨ ਕਿ ਵੱਡੀ ਕ੍ਰਾਂਤੀ ਦੀ ਤਿਆਰੀ ਦਾ ਇਹ ਬਾਹਰੀ ਲੱਛਣ ਹੈ ਅਤੇ ਅਜਿਹੀਆਂ ਘਟਨਾਵਾਂ ਨਾਲ ਸਾਰਿਆਂ ਨੂੰ ਅਜਿਹੇ ਦਲ ਸੰਗਠਿਤ ਕਰਨ ਦੀ ਇੱਛਾ ਹੁੰਦੀ ਸੀ। ਉਪਰੋਕਤ ਸਮਾਚਾਰ ਪੜ੍ਹ ਕੇ ਕਰਤਾਰ ਸਿੰਘ ਬਹੁਤ ਪ੍ਰਸੰਨ ਹੋਏ। ਅੱਖਾਂ ਵਿੱਚ ਗੱਲਾਂ ਹੋਈਆਂ ਅਤੇ ਖੁਸ਼ੀ ਦਾ ਪ੍ਰਗਟਾਵਾ ਹੋਇਆ। ਇਸ ਤਰ੍ਹਾਂ ਅਸੀਂ ਜਲੰਧਰ ਪਹੁੰਚ ਗਏ। ਜਲੰਧਰ ਸਟੇਸ਼ਨ ਤੇ ਕਾਫੀ ਸਾਰੇ ਨੌਜਵਾਨ ਕਰਤਾਰ ਸਿੰਘ ਸਰਾਭਾ ਨੂੰ ਮਿਲਣ ਲਈ ਪਹਿਲਾਂ ਹੀ ਪਹੁੰਚੇ ਹੋਏ ਸਨ। ਸਰਾਭੇ ਨੇ ਕੁਝ ਚਿਰ ਇਹਨਾਂ ਨੌਜਵਾਨਾਂ ਨਾਲ ਗੱਲਬਾਤ ਕੀਤੀ ਅਤੇ ਫਿਰ ਉਹਨਾਂ ਨੂੰ ਵਿਦਾ ਕਰਨ ਤੋਂ ਬਾਅਦ ਉਹ ਸਾਨੇਆਲ ਨੂੰ ਨਾਲ ਲੈ ਕੇ
ਰੇਲ ਦੀ ਪਟੜੀ ਪਾਰ ਕਰਕੇ ਨੇੜਲੇ ਬਾਗ ਵਿੱਚ ਚਲੇ ਗਏ। ਉੱਥੇ ਪਾਰਟੀ ਦੇ ਕੁਝ ਕੁ ਚੋਣਵੇਂ 4-5 ਵਿਅਕਤੀਆਂ ਨੂੰ ਪਹਿਲਾਂ ਹੀ ਪਹੁੰਚਣ ਦਾ ਸੁਨੇਹਾ ਲਾਇਆ ਗਿਆ ਸੀ। ਸਾਨਿਆਲ ਨੇ ਸੋਚਿਆ ਸੀ ਕਿ ਉਸ ਨੂੰ ਮਿਲਣ ਲਈ ਇਕੱਠੇ ਹੋਏ ਲੋਕ ਸ਼ਾਇਦ ਸਿਆਣੀਆਂ ਉਮਰਾਂ ਦੇ ਹੋਣਗੇ, ਜਦੋਂ ਕਿ ਉਸ ਵੇਲੇ ਉਹ ਆਪ ਅਜੇ ਛੋਟੀ ਉਮਰ ਦਾ ਹੀ ਸੀ। ਪਰ ਉਹ ਦੇਖ ਕੇ ਖੁਸ਼ ਹੋ ਗਿਆ ਸੀ ਕਿ ਇਹਨਾਂ ਵਿੱਚੋਂ ਕੋਈ ਵੀ ਅਜਿਹਾ ਨਹੀਂ ਸੀ ਜਿਸ ਦੀ ਉਮਰ ਮੇਰੇ ਤੋਂ ਬਹੁਤ ਜ਼ਿਆਦਾ ਵੱਧ ਹੋਵੇ। ਸਰਾਭੇ ਦਾ ਆਤਮ ਵਿਸ਼ਵਾਸ। ਕਰਤਾਰ ਸਿੰਘ ਸਰਾਭਾ ਸਮੇਤ ਇਕੱਠੇ ਹੋਏ ਸਾਰੇ ਵਿਅਕਤੀਆਂ ਨੂੰ ਉਸ ਦਿਨ ਰਾਸ ਬਿਹਾਰੀ ਬੋਸ ਦੇ ਆਉਣ ਦੀ ਉਮੀਦ ਸੀ। ਸਾਨਿਆਲ ਨੇ ਉਸ ਮੁਲਾਕਾਤ ਦਾ ਜ਼ਿਕਰ ਕਰਦਿਆਂ ਲਿਖਿਆ ਹੈ, ਉਸ ਦਿਨ ਕਰਤਾਰ ਸਿੰਘ, ਪ੍ਰਿਥਵੀ ਸਿੰਘ, ਅਮਰ ਸਿੰਘ ਅਤੇ ਰਾਮ ਰੱਖਾ ਤੋਂ ਇਲਾਵਾ ਸ਼ਾਇਦ ਇੱਕ ਵਿਅਕਤੀ ਹੋਰ ਸੀ। ਅਮਰ ਸਿੰਘ ਅਤੇ ਪ੍ਰਿਥਵੀ ਸਿੰਘ ਦੋਵੇਂ ਰਾਜਪੂਤ ਸਨ, ਪਰ ਚਿਰਾਂ ਤੋਂ ਪੰਜਾਬ ਵਿੱਚ ਹੀ ਰਹਿ ਰਹੇ ਸਨ। ਰਾਮ ਰੱਖਾ ਬ੍ਰਾਹਮਣ ਸਨ। ਇਹ ਲੋਕ ਰਾਸ ਬਿਹਾਰੀ ਨੂੰ ਮਿਲਣ ਲਈ ਰੁਕੇ ਹੋਏ ਸਨ। ਮਿੱਤਰ ਨੇ ਮੇਰੀ ਜਾਣ ਪਛਾਣ ਇਹ ਕਹਿ ਕੇ ਕਰਾਈ ਕਿ ਰਾਸ ਬਿਹਾਰੀ ਤਾਂ ਕਿਸੇ ਖਾਸ ਕੰਮ ਕਰਕੇ ਆ ਨਹੀਂ ਸਕੇ, ਉਹਨਾਂ ਨੇ ਆਪਣੇ ਸੱਜੇ ਹੱਥ ਵਜੋਂ ਇਹਨਾਂ ਨੂੰ ਭੇਜਿਆ ਹੈ। ਕਰਤਾਰ ਸਿੰਘ ਨੇ ਕਿਹਾ ਕਿ ਸਾਨੂੰ ਤਾਂ ਰਾਸ ਬਿਹਾਰੀ ਨਾਲ ਹੀ ਕੰਮ ਹੈ। ਫਿਰ ਮੈਂ ਉਹਨਾਂ ਨੂੰ ਸਮਝਾਇਆ ਕਿ ਇੱਥੇ ਆਉਣ ਤੋਂ ਪਹਿਲਾਂ ਉਹ ਇੱਥੋਂ ਦੇ ਹਾਲਾਤ ਨੂੰ ਚੰਗੀ ਤਰ੍ਹਾਂ ਜਾਣ ਲੈਣਾ ਚਾਹੁੰਦੇ ਸਨ। ਇਸ ਤੋਂ ਇਲਾਵਾ ਜਿੱਦਾਂ ਦੀ ਉਹਦੀ ਹਾਲਤ ਤੇ ਉਸ ਨੂੰ ਦੇਖਦੇ ਹੋਏ ਉਹ ਕੁਝ ਸਮੇਂ ਤੱਕ ਤਾਂ ਇੱਥੇ ਨਹੀਂ ਆ ਸਕਣਗੇ। ਇਸ ਤੋਂ ਬਾਅਦ ਮੈਂ ਪੰਜਾਬ ਦੀ ਹਾਲਤ ਜਾਣਨ ਲਈ ਉਹਨਾਂ ਨੂੰ ਪੁੱਛਿਆ ਉਹ ਕਿੰਨੇ ਵਿਅਕਤੀ ਹਨ, ਆਪਸ ਵਿੱਚ ਕਿਸ ਤਰ੍ਹਾਂ ਮਿਲਦੇ ਜੁਲਦੇ ਅਤੇ ਤਾਲਮੇਲ ਰੱਖਦੇ ਹਨ, ਅਤੇ ਉਹਨਾਂ ਦਾ ਅਸਲੀ ਨੇਤਾ ਕੌਣ ਹੈ ਆਦਿ। ਮੈਂ ਕਿਹਾ ਜਿਹੜੇ ਤੁਹਾਡੇ ਅਸਲੀ ਨੇਤਾ ਨੇ, ਮੈਂ ਉਹਨਾਂ ਨਾਲ ਹੀ ਗੱਲਬਾਤ ਅਤੇ ਜਾਣ ਪਛਾਣ ਕਰਨਾ ਚਾਹਾਂਗਾ। ਅਮਰ ਸਿੰਘ ਨੇ ਕਿਹਾ ਸੱਚ ਪੁੱਛੋ ਤਾਂ ਸਾਡੇ ਵਿੱਚ ਅਸਲੀ ਨੇਤਾ ਦੀ ਬਹੁਤ ਵੱਡੀ ਕਮੀ ਹੈ ਅਤੇ ਇਸੇ ਲਈ ਸਾਨੂੰ ਰਾਸ ਬਿਹਾਰੀ ਦੀ ਲੋੜ ਹੈ। ਇੱਥੇ ਜਿੰਨੇ ਵੀ ਵਿਅਕਤੀ ਹਨ ਉਹਨਾਂ ਵਿੱਚੋਂ ਕਿਸੇ ਨੂੰ ਵੀ ਕੋਈ ਵਿਸ਼ੇਸ਼ ਜਾਣਕਾਰੀ ਨਹੀਂ ਹੈ। ਇਸੇ ਕਰਕੇ ਸਾਡੇ ਕੰਮ ਕਰਨ ਦਾ ਵੀ ਕੋਈ ਸਿਲਸਿਲਾ ਨਹੀਂ ਬਣ ਰਿਹਾ। ਸਾਨੂੰ ਬੰਗਾਲ ਤੋਂ ਸਹਾਇਤਾ ਦੀ ਲੋੜ ਹੈ। ਬੰਗਾਲ ਵਿੱਚ ਤੁਸੀਂ ਬਹੁਤ ਲੰਬੇ ਸਮੇਂ ਤੋਂ ਕੰਮ ਕਰ ਰਹੇ ਹੋ ਅਤੇ ਤੁਹਾਨੂੰ ਕਾਫੀ ਤਜਰਬਾ ਹੋ ਗਿਆ। ਕਰਤਾਰ ਸਿੰਘ ਨੇ ਵੀ ਇਸ ਗੱਲ ਦੀ ਹਾਮੀ ਭਰੀ, ਪਰ ਅਮਰ ਸਿੰਘ ਵੱਲ ਇਸ਼ਾਰਾ ਕਰਕੇ ਕਹਿਣ ਲੱਗਾ, ਦੇਖੋ ਭਾਈ, ਇਦਾਂ ਹਿੰਮਤ ਕਿਉਂ ਹਾਰਦੇ ਹੋ? ਜਦੋਂ ਲੋੜ ਪਈ ਤਾਂ ਦੇਖਿਓ ਤੁਹਾਡੇ ਵਿੱਚੋਂ ਕਿੰਨਿਆਂ ਨੇ ਛੁਪੇ ਰੁਸਤਮ ਨਿਕਲਣਾ ਹੈ। ਉਸ ਦਿਨ ਉਹਨਾਂ ਦੀਆਂ ਗੱਲਾਂ ਤੋਂ ਪਤਾ ਲੱਗ ਗਿਆ ਕਿ ਜਿਸ ਮਹਾਨ ਕਾਰਜ ਵਿੱਚ ਇਹਨਾਂ ਨੇ ਪੈਰ ਪੁੱਟਿਆ ਏ, ਉਹਦੇ ਵੱਡੇ ਹੋਣ ਦਾ ਅਹਿਸਾਸ ਇਹਨਾਂ ਦੀ ਨਸ-ਨਸ ਵਿੱਚ ਭਰ ਗਿਆ ਏ ਅਤੇ ਆਪਣੀ ਸ਼ਕਤੀ ਵਿੱਚ ਕੋਈ ਕਮੀ ਸਮਝ ਕੇ ਬਾਹਰੋਂ ਕੋਈ ਸਹਾਰਾ ਲੱਭ ਰਹੇ ਹਨ। ਪਰ ਇਸ ਦੇ ਨਾਲ ਹੀ ਮੈਂ ਇਹ ਵੀ ਸਮਝ ਗਿਆ ਕਿ ਜੇਕਰ ਇਹਨਾਂ ਵਿੱਚ ਕੋਈ ਸੱਚੀ ਕੰਮ ਕਰਨ ਵਾਲਾ ਏ ਤਾਂ ਉਹ ਕਰਤਾਰ ਸਿੰਘ ਹੈ। ਮੈਂ ਉਸ ਵਿੱਚ ਜਿਸ ਤਰ੍ਹਾਂ ਦਾ ਆਤਮ ਵਿਸ਼ਵਾਸ ਦੇਖਿਆ, ਉਸ ਤਰ੍ਹਾਂ ਦਾ ਆਤਮ ਵਿਸ਼ਵਾਸ ਨਾ ਹੋਣ ਤੇ ਕੋਈ ਵੀ ਵਿਅਕਤੀ ਵੱਡਾ ਕਾਰਜ ਨਹੀਂ ਕਰ ਸਕਦਾ। ਬਹੁਤਿਆਂ ਵਿੱਚ ਆਪਣੀ ਸ਼ਕਤੀ ਨੂੰ ਲੈ ਕੇ ਹੰਕਾਰ ਹੋਣ ਦੇ ਬਾਵਜੂਦ ਅਜਿਹੇ ਆਤਮ ਵਿਸ਼ਵਾਸ ਦੀ ਭਾਵਨਾ ਘੱਟ ਹੀ ਵੇਖੀ ਜਾਂਦੀ ਹੈ। ਹੰਕਾਰ ਅਤੇ ਆਤਮ ਵਿਸ਼ਵਾਸ ਦੋ ਵੱਖੋ ਵੱਖਰੀਆਂ ਭਾਵਨਾਵਾਂ ਹਨ। ਹੰਕਾਰ ਦੂਸਰੇ ਤੇ ਸੱਟ ਮਾਰਦਾ ਹੈ, ਪਰ ਜਿਹੜਾ ਹੰਕਾਰ ਦੂਸਰੇ ਨਾਲ ਨੋਕ ਝੋਕ ਕੀਤੇ ਬਿਨਾਂ ਆਪਣੇ ਹਿਰਦੇ ਵਿੱਚ ਸ਼ਕਤੀ ਦੇ ਅਨੁਭਵ ਨੂੰ ਜਾਗ੍ਰਿਤ ਕਰਦਾ ਹੈ, ਉਹੀ ਆਤਮ ਵਿਸ਼ਵਾਸ ਹੈ। ਅਮਰ ਸਿੰਘ ਨਵਾਂ ਸ਼ਹਿਰ ਵਿੱਚ ਆਤਮ ਵਿਸ਼ਵਾਸ ਦੀ ਕਮੀ ਦਾ ਰੰਗ ਉਦੋਂ ਉਮੜਿਆ ਜਦੋਂ ਗ੍ਰਿਫਤਾਰੀ ਤੋਂ ਬਾਅਦ ਉਹ ਵਾਅਦਾ ਮੁਆਫ ਗਵਾਹ ਬਣ ਗਿਆ ਸੀ। ਮੀਟਿੰਗ ਦੌਰਾਨ ਸਾਨਿਆਲ ਨਾਲ ਜ਼ਿਆਦਾ ਗੱਲਬਾਤ ਸਰਾਭੇ ਨੇ ਹੀ ਕੀਤੀ ਸੀ। ਉਸ ਨੇ ਸਾਨਿਆਲ ਨੂੰ ਜਿੱਥੇ ਪੰਜਾਬ ਅੰਦਰ ਉਹਨਾਂ ਵੱਲੋਂ ਹੁਣ ਤੱਕ ਕੀਤੇ ਕੰਮਾਂ ਦਾ ਭਰਵਾਂ ਵੇਰਵਾ ਦਿੱਤਾ, ਉੱਥੇ ਨਾਲ ਹੀ ਭਵਿੱਖ ਦੀਆਂ ਯੋਜਨਾਵਾਂ ਦਾ ਵੀ ਖੁਲਾਸਾ ਕੀਤਾ। ਸਾਨਿਆਲ ਨੂੰ ਉਹਨਾਂ ਦੀਆਂ ਗੱਲਾਂ ਤੋਂ ਪਤਾ ਲੱਗਾ ਕਿ ਇਹਨਾਂ ਦੇ ਵਿਦਰੋਹ ਦੀ ਤਿਆਰੀ ਦਾ ਮੁੱਖ ਦਾਰੋਮਦਾਰ ਪੰਜਾਬ ਦੀਆਂ ਸਿੱਖ ਫੌਜਾਂ ਹਨ। ਪੰਜਾਬ ਅੰਦਰ ਗਦਰੀ ਸਰਗਰਮੀਆਂ ਬਾਰੇ ਪੂਰੀ ਜਾਣਕਾਰੀ ਦੇਣ ਤੋਂ ਬਾਅਦ ਸਰਾਭੇ ਨੇ ਸਾਨਿਆਲ ਨੂੰ ਬੰਗਾਲ ਬਾਰੇ ਬਹੁਤ ਸਾਰੇ ਸਵਾਲ ਕੀਤੇ, ਜਿਨ੍ਹਾਂ ਦਾ ਵੇਰਵਾ ਸਾਨਿਆਲ ਨੇ ਇਸ ਤਰ੍ਹਾਂ ਦਿੱਤਾ ਹੈ। ਹੁਣ ਕਰਤਾਰ ਸਿੰਘ ਨੇ ਮੈਨੂੰ ਪੁੱਛਿਆ ਕਿ ਹਥਿਆਰ ਆਦਿ ਦੇ ਕੇ ਬੰਗਾਲ ਸਾਡੀ ਕਿੱਥੋਂ ਤੱਕ ਸਹਾਇਤਾ ਕਰ ਸਕਦਾ ਹੈ, ਬੰਗਾਲ ਵਿੱਚ ਕਿੰਨੇ ਹਜ਼ਾਰ ਬੰਦੂਕਾਂ ਆਦਿ। ਮੈਂ ਕਿਹਾ ਤੁਹਾਡਾ ਕੀ ਖਿਆਲ ਹੈ ਕਿ ਬੰਗਾਲ ਵਿੱਚ ਕਿੰਨੇ ਹਥਿਆਰ ਹੋਣਗੇ? ਕਰਤਾਰ ਸਿੰਘ, ਮੇਰਾ ਖਿਆਲ ਹੈ ਕਿ ਬੰਗਾਲ ਵਿੱਚ ਕਾਫੀ ਹਥਿਆਰ ਜਮ੍ਹਾਂ ਕਰ ਲਏ ਗਏ ਹਨ, ਕਿਉਂਕਿ ਬੰਗਾਲ ਤਾਂ ਕਾਫੀ ਚਿਰਾਂ ਤੋਂ ਕ੍ਰਾਂਤੀ ਦੀ ਤਿਆਰੀ ਕਰ ਰਿਹਾ ਹੈ
ਅਤੇ ਸਾਡੇ ਦਲ ਦੇ ਪਰਮਾਨੰਦ ਝਾਂਸੀ ਦੇ ਇੱਕ ਬੰਗਾਲੀ ਮਿੱਤਰ ਨੇ ਉਹਨਾਂ ਨੂੰ 500 ਰਿਵਾਲਵਰ ਦੇਣ ਦਾ ਬਚਨ ਦਿੱਤਾ ਹੈ। ਇਹਦੇ ਲਈ ਪਰਮਾਨੰਦ ਬੰਗਾਲ ਗਏ ਹੋਏ ਨੇ। ਮੈਂ ਕਿਹਾ, ਜਿਨ੍ਹਾਂ ਨੇ ਪਰਮਾਨੰਦ ਨੂੰ ਇਹ ਗੱਲ ਕਹੀ ਹੈ ਉਹ ਕੋਈ ਫਾਲਤੂ ਬੰਦਾ ਹੋਣਾ ਹੈ, ਕਿਉਂਕਿ ਬੰਗਾਲ ਵਿੱਚ ਕੋਈ ਵੀ ਤੇ ਕਿਤੋਂ ਵੀ 500 ਰਿਵਾਲਵਰ ਨਹੀਂ ਦੇ ਸਕਦਾ। ਜਿਹਨੇ ਵੀ ਇਹ ਗੱਲ ਕਹੀ ਹੈ ਉਹਨੇ ਗੱਪ ਮਾਰੀ ਹੈ। ਕਰਤਾਰ ਸਿੰਘ, ਤਾਂ ਫਿਰ ਬੰਗਾਲ ਸਾਨੂੰ ਕਿਸ ਤਰ੍ਹਾਂ ਦੀ ਸਹਾਇਤਾ ਦੇਵੇਗਾ ਤੇ ਕੀ ਉੱਥੇ ਵੀ ਪੰਜਾਬ ਦੇ ਨਾਲ ਹੀ ਗਦਰ ਹੋਵੇਗਾ? ਬੰਗਾਲ ਵਿੱਚ ਤੁਹਾਡੇ ਅਧੀਨ ਕੰਮ ਕਰਨ ਵਾਲੇ ਕਿੰਨੇ ਹਨ? ਹੋਰ ਕਿਸੇ ਸਮੇਂ ਕਿਸੇ ਵੀ ਵਿਅਕਤੀ ਨੂੰ ਅਸੀਂ ਅਜਿਹੇ ਸਵਾਲ ਕਰਨ ਦਾ ਮੌਕਾ ਹੀ ਨਹੀਂ ਦਿੰਦੇ, ਅਤੇ ਜੇ ਕੋਈ ਪੁੱਛ ਬੈਠਦਾ ਸੀ ਤਾਂ ਕਹਿ ਦਿੰਦੇ ਸੀ, ਇਹਨਾਂ ਗੱਲਾਂ ਨੂੰ ਜਾਣ ਕੇ ਤੁਸੀਂ ਕੀ ਕਰੋਗੇ? ਸਮਝ ਲਓ ਕਿ ਕੁਝ ਵੀ ਤਿਆਰੀ ਨਹੀਂ ਹੈ। ਕੀ ਫਿਰ ਵੀ ਤੁਸੀਂ ਇਸ ਦਲ ਵਿੱਚ ਸ਼ਾਮਲ ਹੋਵੋਗੇ ਜਾਂ ਨਹੀਂ? ਤੁਹਾਨੂੰ ਆਪ ਹੀ ਮੁੱਢ ਤੋਂ ਤਿਆਰੀ ਕਰਨੀ ਪਵੇਗੀ। ਅਜਿਹੀ ਹਾਲਤ ਵਿੱਚ ਵੀ ਕੀ ਤੁਸੀਂ ਸਾਡੇ ਵਿੱਚ ਸ਼ਾਮਲ ਹੋਣਾ ਚਾਹੋਗੇ? ਹਾਂ, ਬੰਗਾਲ ਵਿੱਚ ਕਿਤੇ ਕਿਤੇ ਕੁਝ ਅਜਿਹੇ ਲੋਕ ਵੀ ਸਨ ਜਿਹੜੇ ਕ੍ਰਾਂਤੀ ਦੀਆਂ ਜੰਗੀ ਤਿਆਰੀਆਂ ਦੀਆਂ ਗੱਲਾਂ ਵਧਾ ਚੜ੍ਹਾ ਕੇ ਲੋਕਾਂ ਨੂੰ ਸੁਣਾਉਂਦੇ ਸਨ ਅਤੇ ਲੋਕਾਂ ਨੂੰ ਲਾਲਚ ਦੇ ਕੇ ਦਲ ਵਿੱਚ ਸ਼ਾਮਲ ਕਰਦੇ ਸਨ। ਜੋ ਵੀ ਹੋਵੇ, ਕਰਤਾਰ ਸਿੰਘ ਨੇ ਜਦੋਂ ਇਹ ਸਵਾਲ ਕੀਤਾ ਤਾਂ ਉਹਨਾਂ ਦਾ ਸਹੀ ਜਵਾਬ ਨਾ ਦੇ ਕੇ ਉਹਨਾਂ ਨੂੰ ਟਾਲ ਦੇਣਾ ਉਚਿਤ ਨਾ ਲੱਗਾ। ਮੈਂ ਕਿਹਾ, ਦੇਖੋ, ਜਿਸ ਤਰ੍ਹਾਂ ਇੱਥੇ ਤੁਹਾਨੂੰ ਫੌਜ ਵਿੱਚ ਭਰਤੀ ਹੋਣ ਦਾ ਮੌਕਾ ਮਿਲਦਾ ਹੈ, ਜੇਕਰ ਕਿਤੇ ਬੰਗਾਲ ਵਿੱਚ ਵੀ ਸਾਨੂੰ ਫੌਜ ਵਿੱਚ ਭਰਤੀ ਹੋਣ ਦਾ ਮੌਕਾ ਮਿਲਦਾ ਤਾਂ ਉੱਥੇ ਕਦੋਂ ਦੀ ਕ੍ਰਾਂਤੀ ਆ ਚੁੱਕੀ ਹੁੰਦੀ। ਬੰਗਾਲ ਦੇ ਦਲ ਵਿੱਚ ਮੁੱਖ ਤੌਰ ਤੇ ਨੌਜਵਾਨ ਅਤੇ ਵਿਦਿਆਰਥੀ ਵਰਗ ਸ਼ਾਮਲ ਹੈ ਅਤੇ ਇਸ ਦਲ ਵਿੱਚ ਬਹੁਤ ਛਾਣਬੀਣ ਕਰਕੇ ਬੜੀ ਸਾਵਧਾਨੀ ਨਾਲ ਅਜਿਹੇ ਲੋਕਾਂ ਨੂੰ ਸ਼ਾਮਲ ਕਰਦੇ ਹਾਂ ਜਿਹੜੇ ਹਰ ਘੜੀ ਮਰਨ ਲਈ ਤਿਆਰ ਰਹਿਣ। ਇਸ ਲਈ ਸਾਡੇ ਦਲ ਵਿੱਚ ਜ਼ਿਆਦਾ ਮੈਂਬਰ ਨਹੀਂ ਹਨ, ਸ਼ਾਇਦ 1000-2000 ਤੋਂ ਵੱਧ ਨਾ ਹੋਣ, ਪਰੰਤੂ ਇਹ ਦ੍ਰਿੜ ਵਿਸ਼ਵਾਸ ਹੈ ਕਿ ਜਿਸ ਦਿਨ ਆਮ ਤੌਰ ਤੇ ਵਿਦਰੋਹ ਸ਼ੁਰੂ ਹੋ ਜਾਵੇਗਾ ਉਸ ਦਿਨ ਹਜ਼ਾਰਾਂ ਵਿਅਕਤੀ ਹੋਰ ਸਾਡੇ ਵਿੱਚ ਆ ਮਿਲਣਗੇ। ਜੇਕਰ ਪੰਜਾਬ ਵਿੱਚ ਗਦਰ ਹੋ ਗਿਆ ਤਾਂ ਨਿਸ਼ਚਿਤ ਸਮਝੋ ਕਿ ਉਸ ਦਿਨ ਬੰਗਾਲ ਚੁੱਪਚਾਪ ਬੈਠਾ ਤਮਾਸ਼ਾ ਨਹੀਂ ਵੇਖੇਗਾ ਅਤੇ ਅੰਗਰੇਜ਼ਾਂ ਨੂੰ ਬੰਗਾਲ ਵਿੱਚ ਇੰਨੀਆਂ ਉਲਝਣਾਂ ਵਿੱਚ ਪੈਣਾ ਪੈ ਜਾਵੇਗਾ ਕਿ ਉਹ ਆਪਣੀ ਪੂਰੀ ਤਾਕਤ ਪੰਜਾਬ ਵਿੱਚ ਨਹੀਂ ਲਾ ਸਕਣਗੇ। ਮੈਂ ਇਹ ਵੀ ਕਿਹਾ, ਬੰਗਾਲ ਇਸ ਸਮੇਂ ਵੀ ਸਰਕਾਰੀ ਖਜ਼ਾਨੇ ਲੁੱਟ ਸਕਦਾ ਹੈ ਜਾਂ ਪੁਲਿਸ ਦੀਆਂ ਬੈਰਕਾਂ ਤੇ ਛਾਪੇ ਆਦਿ ਮਾਰ ਸਕਦਾ ਹੈ, ਪਰ ਅੱਗੇ ਕੀ ਹੋਵੇਗਾ, ਇਹ ਸੱਗੋਂ ਕੀ ਹੋਵੇਗਾ ਨੂੰ ਸੋਚ ਕੇ ਹੀ ਬੰਗਾਲ ਨੇ ਅਜੇ ਤੱਕ ਕੁਝ ਨਹੀਂ ਕੀਤਾ। ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਸਮਝਾ ਦਿੱਤਾ ਕਿ ਸਾਡੇ ਨਾਲ ਸਲਾਹ ਕੀਤੇ ਬਿਨਾਂ ਅਚਾਨਕ ਕੁਝ ਨਾ ਕਰ ਬੈਠਿਓ। ਇਹ ਵੀ ਕਹਿ ਦਿੱਤਾ, ਬੜੀ ਸਾਵਧਾਨੀ ਨਾਲ ਕੰਮ ਕਰਨਾ ਹੋਵੇਗਾ ਤਾਂ ਕਿ ਜ਼ਰਾ ਵੀ ਤਾਕਤ ਵਿਅਰਥ ਨਾ ਹੋਵੇ। ਸਿਰਫ ਹਾਥ ਹੂਤ ਕਰਕੇ ਫਜ਼ੂਲ ਦੇ ਕੰਮਾਂ ਵਿੱਚ ਆਪਣੀ ਤਾਕਤ ਜ਼ਾਇਆ ਨਾ ਕੀਤੀ ਜਾਵੇ। ਮੈਂ ਇਹਨਾਂ ਨੂੰ ਸਲਾਹ ਦਿੱਤੀ ਕਿ ਵਧੇਰੇ ਲੋਕਾਂ ਨੂੰ ਕਹੋ ਕਿ ਆਪਣੇ ਆਪਣੇ ਪਿੰਡ ਵਿੱਚ ਜਾ ਕੇ ਰਹਿਣ। ਸਿਰਫ ਮੁਖੀਆਂ ਦਾ ਅਤੇ ਹੋਰ ਕੰਮ ਕਰਨ ਲਈ ਕੁਝ ਲੋਕਾਂ ਦਾ ਨੇੜੇ ਰਹਿਣਾ ਠੀਕ ਰਹੇਗਾ ਅਤੇ ਇਹਨਾਂ ਸਾਰਿਆਂ ਲੋਕਾਂ ਨੂੰ ਛੋਟੀਆਂ-ਛੋਟੀਆਂ ਟੁਕੜੀਆਂ ਵਿੱਚ ਵੰਡ ਕੇ ਹਰੇਕ ਟੁਕੜੀ ਦਾ ਇੱਕ ਜਥੇਦਾਰ ਨਿਯੁਕਤ ਕਰ ਦਿੱਤਾ ਜਾਵੇ। ਅਜਿਹਾ ਸੰਗਠਨ ਬਣਾਉਣ ਨਾਲ ਜਦੋਂ ਲੋੜ ਪਵੇਗੀ ਉਦੋਂ ਸਾਰਿਆਂ ਨਾਲ ਆਸਾਨੀ ਨਾਲ ਸੰਪਰਕ ਹੋ ਜਾਵੇਗਾ ਅਤੇ ਕੰਮ ਲਿਆ ਜਾ ਸਕੇਗਾ। ਜੇ ਇਸ ਤਰ੍ਹਾਂ ਛੋਟੀਆਂ-ਛੋਟੀਆਂ ਟੁਕੜੀਆਂ ਨਾ ਬਣਾਈਆਂ ਗਈਆਂ ਤਾਂ ਗ੍ਰਿਫਤਾਰ ਹੋਣ ਦਾ ਖਦਸ਼ਾ ਹਰ ਵੇਲੇ ਰਹੇਗਾ। ਫਿਰ ਕਰਤਾਰ ਸਿੰਘ ਨੂੰ ਕਿਹਾ, ਤੁਹਾਡੇ ਵਿੱਚੋਂ ਕੋਈ ਇੱਕ ਵਿਅਕਤੀ ਮੇਰੇ ਨਾਲ ਚੱਲੋ, ਮੈਂ ਉਸ ਨੂੰ ਉੱਥੇ ਲੈ ਚੱਲਾਂਗਾ ਜਿੱਥੇ ਰਾਸ ਬਿਹਾਰੀ ਹਨ। ਰਾਸ ਬਿਹਾਰੀ ਨਾਲ ਚੰਗੀ ਤਰ੍ਹਾਂ ਸਲਾਹ ਕਰਨੀ ਹੈ। ਇਹ ਗੱਲ ਇਹਨਾਂ ਨੂੰ ਪਸੰਦ ਆਈ। ਹੁਣ ਨਿਸ਼ਚਿਤ ਹੋਇਆ ਕਿ ਲਾਹੌਰ ਵਿੱਚ ਪ੍ਰਿਥਵੀ ਸਿੰਘ ਨਾਲ ਮੁਲਾਕਾਤ ਕਰਕੇ ਉਸ ਨੂੰ ਨਾਲ ਲੈ ਕੇ ਰਾਸ ਬਿਹਾਰੀ ਨਾਲ ਮਿਲਣ ਜਾਣਾ ਠੀਕ ਹੋਵੇਗਾ। ਕਰਤਾਰ ਸਿੰਘ ਨੇ ਸਾਡੇ ਕੋਲੋਂ ਰਿਵਾਲਵਰ ਆਦਿ ਦੀ ਸਹਾਇਤਾ ਮੰਗੀ। ਆਤਮ ਰੱਖਿਆ ਕਰਨ ਅਤੇ ਛੋਟੇ-ਛੋਟੇ ਸਰਕਾਰੀ ਖਜ਼ਾਨੇ ਲੁੱਟਣ ਲਈ ਕੁਝ ਅਸਤਰਾਂ ਸ਼ਸਤਰਾਂ ਦੀ ਲੋੜ ਸੀ। ਅਮਰੀਕਾ ਤੋਂ ਜਦੋਂ ਇਹ ਲੋਕ ਵਾਪਸ ਆਏ ਤਾਂ ਆਪਣੇ ਨਾਲ ਥੋੜੇ ਬਹੁਤ ਰਿਵਾਲਵਰ ਆਦਿ ਲੈ ਆਏ ਸਨ। ਅੰਗਰੇਜ਼ਾਂ ਦੀ ਕਰੜੀ ਨਿਗਰਾਨੀ ਦੇ ਬਾਵਜੂਦ ਇਹ ਹਥਿਆਰ ਦੇਸ਼ ਪਹੁੰਚ ਗਏ ਸਨ। ਬਾਲਟੀ ਦੇ ਥੱਲੇ ਵਿੱਚ ਟੀਨ ਜਾਂ ਲੱਕੜ ਦਾ ਫੱਟਾ ਲਾ ਕੇ ਉਹਨਾਂ ਵਿੱਚ ਲੁਕੋ ਕੇ ਹਥਿਆਰ ਲਿਆਏ ਜਾਂਦੇ ਸਨ। ਇਸ ਤਰੀਕੇ ਨਾਲ ਇਹਨਾਂ ਲੋਕਾਂ ਦੇ ਹੱਥ ਕੁਝ ਰਿਵਾਲਵਰ ਆਦਿ ਆ ਗਏ ਸਨ, ਪਰ ਅਜੇ ਵੀ ਹਥਿਆਰਾਂ ਦੀ ਲੋੜ ਸੀ।
ਮੈਂ ਕਾਂਸ਼ੀ ਤੋਂ ਕੁਝ ਰਿਵਾਲਵਰ ਅਤੇ ਗੋਲੀਆਂ ਲਿਆਇਆ ਸੀ। ਇਹ ਸਭ ਕੁਝ ਕਰਤਾਰ ਸਿੰਘ ਦੇ ਹਵਾਲੇ ਕਰਕੇ ਮੈਂ ਕਿਹਾ ਕਿ ਇਸ ਵੇਲੇ ਤਾਂ ਮੇਰੇ ਕੋਲ ਇਹੀ ਸੀ ਅਤੇ ਮੈਂ ਲੈਂਦਾ ਆਇਆ, ਫਿਰ ਹੋਰ ਵੀ ਲਿਆ ਦੇਵਾਂਗਾ। ਪਰ ਇਹ ਵੀ ਜਤਾ ਦਿੱਤਾ ਕਿ ਸਾਡੇ ਕੋਲ ਹਥਿਆਰਾਂ ਦਾ ਕੋਈ ਵੱਡਾ ਭੰਡਾਰ ਨਹੀਂ ਹੈ, ਇਸ ਲਈ ਇਸ ਸਬੰਧ ਵਿੱਚ ਜ਼ਿਆਦਾ ਆਸ ਨਾ ਰੱਖਿਓ। ਪੰਜਾਬ ਅੰਦਰ ਗਦਰੀ ਸੰਗਰਾਮੀਆਂ ਨੂੰ ਉਸ ਵੇਲੇ ਹਥਿਆਰਾਂ ਦੀ ਭਾਰੀ ਲੋੜ ਸੀ। ਗਦਰ ਪਾਰਟੀ ਦੇ ਹਜ਼ਾਰਾਂ ਦੀ ਗਿਣਤੀ ਵਿੱਚ ਸਿਰਲੱਥ ਵਰਕਰ ਬਗਾਵਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਸਨ ਅਤੇ ਪੰਜਾਬ ਦੀਆਂ ਦੋਨੋਂ ਵੱਡੀਆਂ ਛਾਉਣੀਆਂ ਅੰਦਰ ਉਹਨਾਂ ਦਾ ਹੱਥ ਪੈ ਚੁੱਕਾ ਸੀ। ਹੁਣ ਬਸ ਹਥਿਆਰਾਂ ਦੀ ਹੀ ਕਸਰ ਸੀ। ਇਸ ਕਰਕੇ ਭਾਈ ਕਰਤਾਰ ਸਿੰਘ ਸਰਾਭਾ ਨੇ ਸਾਨੇਵਾਲ ਕੋਲੋਂ ਵਾਰ-ਵਾਰ ਇਹੀ ਜਾਣਨਾ ਚਾਹਿਆ ਕਿ ਉਹ ਹਥਿਆਰਾਂ ਦੇ ਮਾਮਲੇ ਵਿੱਚ ਪੰਜਾਬ ਦੇ ਗਦਰੀਆਂ ਦੀ ਕਿੰਨੀ ਕੁ ਮਦਦ ਕਰ ਸਕਦੇ ਸਨ ਕਿ ਬੰਬ ਬਣਾਉਣ ਵਿੱਚ ਵੱਡੀ ਮੁਹਾਰਤ ਹਾਸਲ ਕਰ ਲਈ ਸੀ। ਇਸ ਕਰਕੇ ਬੰਬ ਗੋਲੀਆਂ ਦੀ ਜਿੰਨੀ ਲੋੜ ਹੋਵੇਗੀ ਬੰਗਾਲ ਦੇਵੇਗਾ। ਪਰ ਸਾਨੇਵਾਲ ਨੇ ਨਾਲ ਇਹ ਵੀ ਸਾਫ਼ ਕਰ ਦਿੱਤਾ ਸੀ ਕਿ ਬੰਬ ਗੋਲੇ ਮੁਫਤ ਵਿੱਚ ਨਹੀਂ ਬਣਦੇ, ਇਹਨਾਂ ਉੱਤੇ ਚੋਖਾ ਖਰਚਾ ਆਉਂਦਾ ਹੈ। ਇਸ ਤਰ੍ਹਾਂ ਉਸਨੇ ਸਰਾਭੇ ਦੇ ਕੰਨਾਂ ਵਿੱਚ ਇਹ ਗੱਲ ਪਾ ਦਿੱਤੀ ਸੀ ਕਿ ਜੇਕਰ ਵੱਡੀ ਮਾਤਰਾ ਵਿੱਚ ਬੰਬ ਲੈਣੇ ਹਨ ਤਾਂ ਇਸ ਦੇ ਬਦਲੇ ਮੋਟੀ ਰਕਮ ਅਦਾ ਕਰਨੀ ਪਵੇਗੀ। ਕਰਤਾਰ ਸਿੰਘ ਸਰਾਭੇ ਨੇ ਆਪ ਵੀ ਅਮਰੀਕਾ ਵਿੱਚ ਬੰਬ ਬਣਾਉਣ ਦੀ ਥੋੜੀ ਬਹੁਤੀ ਜਾਂਚ ਸਿੱਖੀ ਹੋਈ ਸੀ, ਪਰ ਪੰਜਾਬ ਅੰਦਰ ਉਹਨਾਂ ਨੂੰ ਤਾਕਤਵਰ ਬੰਬ ਬਣਾਉਣ ਲਈ ਲੋੜੀਂਦੇ ਧਾਤ ਤੇ ਖੋਲ ਨਹੀਂ ਮਿਲ ਸਕੇ ਸਨ। ਇਸ ਕਰਕੇ ਉਹਨਾਂ ਨੇ ਮਜਬੂਰੀ ਵਸ ਇਸ ਮੰਤਵ ਲਈ ਸਿਆਹੀ ਵਾਲੀਆਂ ਦਵਾਤਾਂ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਸੀ। ਸਾਨੇਵਾਲ ਅਨੁਸਾਰ ਇਹ ਬੰਬ ਜ਼ਿਆਦਾ ਖਤਰਨਾਕ ਨਹੀਂ ਸੀ ਅਤੇ ਸੁੱਟੇ ਜਾਣ ਤੇ ਅਕਸਰ ਫਟਦਾ ਵੀ ਨਹੀਂ ਸੀ। ਜੇ ਫਟ ਵੀ ਜਾਂਦਾ ਤਾਂ ਕਿਸੇ ਵਿਅਕਤੀ ਦੀ ਜਾਨ ਲੈਣ ਲਈ ਕਾਫੀ ਨਹੀਂ ਹੁੰਦਾ ਸੀ। ਸੋ ਇਹ ਬੰਬ ਸਿਰਫ ਡਰਾਉਣ ਦਾ ਹੀ ਕੰਮ ਕਰਦੇ ਸਨ। ਇਸ ਦੀ ਤੁਲਨਾ ਵਿੱਚ ਬੰਗਾਲ ਦੇ ਬੰਬ ਸ਼ਕਤੀਸ਼ਾਲੀ ਤੇ ਥੋੜੇ ਖਤਰਨਾਕ ਵੀ ਸਨ। ਇਹਨਾਂ ਦੀ ਵਰਤੋਂ ਸੰਭਲ ਕੇ ਕਰਨੀ ਪੈਂਦੀ ਸੀ। ਸਚਿੰਦਰਨਾਥ ਸਾਨੇਵਾਲ ਨੇ ਇਹ ਗੱਲ ਸਰਾਭੇ ਨੂੰ ਸਮਝਾ ਦਿੱਤੀ ਸੀ ਅਤੇ ਉਸ ਨੂੰ ਇਹ ਵੀ ਦੱਸ ਦਿੱਤਾ ਸੀ ਕਿ ਉਹਨਾਂ ਨੇ ਪੰਜਾਬ ਅੰਦਰ ਆਪਣੇ ਕੁਝ ਬੰਦਿਆਂ ਕੋਲ ਇਹ ਬੰਬ ਹੰਗਾਮੀ ਲੋੜ ਵਿੱਚ ਵਰਤਣ ਵਾਸਤੇ ਰੱਖੇ ਹੋਏ ਹਨ ਅਤੇ ਉਹ ਪੰਜਾਬ ਦੇ ਗਦਰੀ ਜਦੋਂ ਚਾਹੁਣ ਇਹ ਬੰਬ ਉਹਨਾਂ ਨੂੰ ਮਿਲ ਸਕਦੇ ਹਨ। ਇਹ ਸੁਣ ਕੇ ਸਰਾਭੇ ਦਾ ਚਿਹਰਾ ਖਿੜ ਗਿਆ ਅਤੇ ਉਸਨੇ ਕਿਹਾ, ਜਦੋਂ ਚਾਹੁਣ ਵਾਲੀ ਗੱਲ ਨਹੀਂ, ਉਹਨਾਂ ਨੂੰ ਤਾਂ ਇਹਨਾਂ ਬੰਬਾਂ ਦੀ ਤੁਰੰਤ ਲੋੜ ਹੈ। ਸਰਾਭੇ ਦਾ ਉਤਾਵਲਾਪਣ ਦੇਖ ਕੇ ਸਾਨੇਵਾਲ ਨੇ ਕਿਹਾ ਕਿ ਉਹ ਕੱਲ ਤੱਕ ਆਪਣੇ ਬੰਦਿਆਂ ਤੋਂ ਬੰਬ ਲਿਆ ਕੇ ਉਸ ਸਰਾਭੇ ਨੂੰ ਦੇ ਸਕਦਾ ਹੈ। ਦੋਵਾਂ ਨੇ ਆਪਸ ਵਿੱਚ ਅਗਲੇ ਦਿਨ ਕਿਸੇ ਰੇਲਵੇ ਸਟੇਸ਼ਨ ਤੇ ਮਿਲਣ ਦਾ ਟਾਈਮ ਪੱਕਾ ਕਰ ਲਿਆ। ਸੰਭਵ ਤੌਰ ਤੇ ਸਾਨੇਵਾਲ ਨੇ ਬੰਬ ਜਲੰਧਰ ਦੇ ਨੇੜੇ ਤੇੜੇ ਹੀ ਕਪੂਰਥਲਾ ਜਾਂ ਕਿਸੇ ਹੋਰ ਕਸਬੇ ਵਿੱਚ ਆਪਣੇ ਕਿਸੇ ਪੰਜਾਬੀ ਹਿੰਦੂ ਜਾਣਕਾਰ ਕੋਲ ਰੱਖੇ ਹੋਏ ਸਨ। ਸਾਨੇਵਾਲ ਨੇ ਲਿਖਿਆ ਹੈ ਕਿ ਮੈਂ ਆਪਣੇ ਮਿੱਥੇ ਸਥਾਨ ਤੇ ਪਹੁੰਚ ਕੇ ਆਪਣੇ ਅੱਡੇ ਤੇ ਗਿਆ। ਉੱਥੇ ਸਾਡਾ ਜਿਹੜਾ ਬੰਦਾ ਸੀ ਉਸ ਨੂੰ ਮੈਂ ਜਲੰਧਰ ਅੰਦਰ ਸਿੱਖਾਂ ਨਾਲ ਮੁਲਾਕਾਤ ਆਦਿ ਦੀ ਘਟਨਾ ਬਾਰੇ ਕੁਝ ਨਹੀਂ ਦੱਸਿਆ, ਸਿਰਫ ਇਹੀ ਕਿਹਾ ਕਿ ਮੈਨੂੰ ਕੁਝ ਬੰਬਾਂ ਦੀ ਲੋੜ ਹੈ। ਇੱਕ ਸਿੱਖ ਸੱਜਣ ਆਉਣਗੇ ਅਤੇ ਲੈ ਜਾਣਗੇ। ਸਿੱਖ ਦਾ ਨਾਂ ਸੁਣ ਕੇ ਉਹ ਥੋੜਾ ਝਿਜਕਿਆ ਅਤੇ ਕਹਿਣ ਲੱਗਾ ਕਿ ਸਾਵਧਾਨ ਰਹਿਓ, ਸਿੱਖਾਂ ਨਾਲ ਜਰਾ ਸੋਚ ਸਮਝ ਕੇ ਮੇਲ ਜੋਲ ਰੱਖਣਾ। ਉਹਨਾਂ ਤੇ ਅੱਜ ਕੱਲ੍ਹ ਸਰਕਾਰ ਦੀ ਬਹੁਤ ਸਖਤ ਨਜ਼ਰ ਹੈ। ਇਸ ਵੇਲੇ ਉਹਨਾਂ ਦੇ ਸਾਥ ਤੋਂ ਵੱਖ ਰਹਿਣਾ ਹੀ ਚੰਗਾ ਹੈ। ਇਸ ਤੋਂ ਪੰਜਾਬੀ ਹਿੰਦੂ ਵਰਗ ਦੇ ਉਸ ਸਮੇਂ ਦੇ ਮਾਨਸਿਕ ਤੇ ਰਾਜਸੀ ਰੌਂ ਦਾ ਪਤਾ ਚੱਲ ਜਾਂਦਾ ਹੈ ਕਿ ਜਦੋਂ ਸਿੱਖ ਗਦਰੀ ਸੂਰਮੇ ਦੇਸ਼ ਦੀ ਆਜ਼ਾਦੀ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਜਾਨਾਂ ਵਾਰਨ ਵਾਸਤੇ ਇੱਕ ਦੂਜੇ ਨਾਲੋਂ ਕਾਹਲੇ ਪਏ ਹੋਏ ਸਨ, ਤਾਂ ਪੰਜਾਬੀ ਹਿੰਦੂਆਂ ਦੇ ਵੱਡੇ ਹਿੱਸੇ ਦੇ ਮਨਾਂ ਅੰਦਰ ਅੰਗਰੇਜ਼ ਸਰਕਾਰ ਦਾ ਕਿੰਨਾ ਡਰ ਬੈਠਾ ਹੋਇਆ ਸੀ ਕਿ ਇਨਕਲਾਬੀ ਦਲ ਨਾਲ ਜੁੜੇ ਹੋਏ ਵਿਅਕਤੀ ਵੀ ਆਪਣੇ ਬੰਗਾਲੀ ਸਾਥੀਆਂ ਨੂੰ ਇਸ ਬਲਾ ਗਦਰੀ ਸਿੱਖਾਂ ਤੋਂ ਦੂਰ ਰਹਿਣ ਦੀਆਂ ਮਤਾਂ ਦੇ ਰਹੇ ਸਨ। ਖੈਰ, ਸਚਿੰਦਰਨਾਥ ਸਾਨੇਵਾਲ ਦਾ ਅਸਲਾ ਆਪਣੇ ਪੰਜਾਬੀ ਹਿੰਦੂ ਭਾਈਵਾਲਾਂ ਨਾਲੋਂ ਇੱਕਦਮ ਵੱਖਰਾ ਸੀ। ਉਹ ਇੱਕ ਸੱਚਾ ਇਨਕਲਾਬੀ ਤੇ ਸੂਰਮਾ ਸੀ, ਜਿਸ ਕਰਕੇ ਉਹ ਪਹਿਲੀ ਮਿਲਣੀ ਵਿੱਚ ਹੀ ਸਿੱਖ ਗਦਰੀਆਂ ਦੀ ਸੂਰਮਗਤੀ ਦਾ ਕਾਇਲ ਹੋ ਗਿਆ ਸੀ। ਉਸ ਨੂੰ ਇਹ ਗੱਲ ਹੋਰ ਵੱਧ ਸਾਫ਼ ਹੋ ਗਈ ਸੀ ਕਿ ਬਹਾਦਰ ਦੀ ਇੱਜ਼ਤ ਕਰਨਾ ਬਹਾਦਰ ਹੀ ਜਾਣਦਾ ਹੈ। ਜਿਨ੍ਹਾਂ ਦੇ ਮਨਾਂ ਅੰਦਰ ਸਦੀਆਂ ਤੋਂ ਬੁਜ਼ਦਿਲੀ ਵਸੀ ਹੋਈ ਹੈ, ਉਹ ਬਹਾਦਰਾਂ ਦੀ ਇੱਜ਼ਤ ਨਹੀਂ ਕਰ ਸਕਦੇ। ਉਹਨਾਂ ਨੂੰ ਬਹਾਦਰਾਂ ਦੇ ਨੇੜੇ ਜਾਣ ਤੋਂ ਭੈ ਆਉਂਦਾ ਹੈ। ਸਚਿੰਦਰਨਾਥ ਸਾਨੇਵਾਲ ਨੇ ਆਪਣੇ ਹਿੰਦੂ ਭਾਈਵਾਲ ਦਾ
ਉਪਰੋਕਤ ਪ੍ਰਤੀਕਰਮ ਦੇਖ ਕੇ ਝਾਟੇ ਨਿਸ਼ਚਾ ਕਰ ਲਿਆ ਸੀ ਕਿ ਹੁਣ ਇਹਨਾਂ ਤੇ ਵਿਸ਼ਵਾਸ ਕਰਨਾ ਠੀਕ ਨਹੀਂ ਹੈ ਅਤੇ ਇਹਨਾਂ ਨਾਲ ਕੋਈ ਵਾਸਤਾ ਨਾ ਰੱਖਿਆ ਜਾਵੇ। ਪਰ ਉਸਨੇ ਦਾ ਪੇਚਕ ਤੌਰ ਤੇ ਆਪਣੇ ਮਿੱਤਰ ਦੀ ਹਾਂ ਵਿੱਚ ਹਾਂ ਮਿਲਾਉਣ ਦਾ ਦਿਖਾਵਾ ਕੀਤਾ ਅਤੇ ਉੱਥੇ ਰੱਖੇ ਹੋਏ ਬੰਬ ਲੈ ਕੇ ਭਾਈ ਕਰਤਾਰ ਸਿੰਘ ਸਰਾਭੇ ਨੂੰ ਮਿਲਣ ਲਈ ਮਿੱਥੇ ਹੋਏ ਸਥਾਨ ਤੇ ਚਲਾ ਗਿਆ। ਉਸਨੇ ਸਰਾਭੇ ਨਾਲ ਗੱਡੀ ਦੇ ਸਮੇਂ ਦੇ ਹਿਸਾਬ ਨਾਲ ਸਮਾਂ ਨਿਸ਼ਚਿਤ ਕੀਤਾ ਸੀ। ਸਾਨਿਆਲ ਅਨੁਸਾਰ ਸਹੀ ਸਮੇਂ ਤੇ ਗੱਡੀ ਤਾਂ ਆ ਗਈ, ਪਰ ਕਰਤਾਰ ਸਿੰਘ ਦੇ ਦਰਸ਼ਨ ਨਹੀਂ ਹੋਏ। ਦੂਸਰੀ ਗੱਡੀ ਆਉਣ ਤੇ ਮੈਂ ਫਿਰ ਉਸ ਨੂੰ ਲੱਭਿਆ, ਪਰ ਨਤੀਜਾ ਉਹੀ ਨਿਕਲਿਆ। ਸਾਰੇ ਸਟੇਸ਼ਨ ਤੇ ਮੈਂ ਉਸ ਲਈ ਚੱਕਰ ਕੱਟੇ, ਅੱਖਾਂ ਅੱਡ ਕੇ ਕਿੰਨੇ ਹੀ ਲੋਕਾਂ ਦੇ ਚਿਹਰਿਆਂ ਨੂੰ ਵੇਖਿਆ, ਪਰ ਕਿਸੇ ਦਾ ਵੀ ਚਿਹਰਾ ਕਰਤਾਰ ਸਿੰਘ ਵਰਗਾ ਨਹੀਂ ਲੱਗਾ। ਮੈਂ ਹਾਰ ਕੇ ਆਪਣੇ ਡੇਰੇ ਤੇ ਵਾਪਸ ਆ ਗਿਆ। ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਕਰਤਾਰ ਸਿੰਘ ਨਾਲ ਕਿੱਥੇ ਮੁਲਾਕਾਤ ਹੋਵੇਗੀ, ਪਰ ਮਜ਼ੇ ਦੀ ਗੱਲ ਇਹ ਸੀ ਕਿ ਉਹਨਾਂ ਦੇ ਦਲ ਦੇ ਕਿਸੇ ਬੰਦੇ ਨੂੰ ਵੀ ਇਹ ਨਹੀਂ ਸੀ ਪਤਾ। ਬੰਬ ਜਿੱਥੇ ਸੀ ਉੱਥੇ ਹੀ ਰਹਿ ਗਏ ਅਤੇ ਮੈਂ ਲਾਹੌਰ ਵਾਪਸ ਚਲਾ ਗਿਆ। ਇੱਥੇ ਪੁਰਾਣੇ ਸਾਥੀਆਂ ਨੂੰ ਮਿਲਿਆ ਅਤੇ ਇਹਨਾਂ ਕੋਲੋਂ ਵੀ ਪੰਜਾਬ ਬਾਰੇ ਜਾਣਕਾਰੀ ਲਈ। ਸ਼ਾਮ ਨੂੰ ਲਾਹੌਰ ਦੇ ਕੋਲ ਇੱਕ ਜਨਤਕ ਥਾਂ ਤੇ ਪ੍ਰਿਥਵੀ ਸਿੰਘ ਮੇਰਾ ਇੰਤਜ਼ਾਰ ਕਰ ਰਿਹਾ ਸੀ। ਉਹਨਾਂ ਨਾਲ ਮੈਂ ਕਰਤਾਰ ਸਿੰਘ ਦੀ ਗੱਲ ਕੀਤੀ। ਉਹ ਵੀ ਉਹਦਾ ਕੋਈ ਪਤਾ ਟਿਕਾਣਾ ਨਹੀਂ ਦੱਸ ਸਕੇ। ਇਸ ਤਰੀਕੇ ਨਾਲ ਜਦੋਂ ਕਰਤਾਰ ਸਿੰਘ ਸਰਾਭਾ ਨੂੰ ਸਾਨੇਆਲ ਦੀ ਅਤੇ ਸਾਨੇਆਲ ਨੂੰ ਸਰਾਭੇ ਦੀ ਭਾਰੀ ਲੋੜ ਸੀ, ਅਫਸੋਸ ਵਸ ਦੋਵਾਂ ਦਾ ਆਪਸ ਵਿੱਚ ਸੰਪਰਕ ਟੁੱਟ ਗਿਆ। ਸਾਨੇਆਲ ਵੱਲੋਂ ਪੂਰਾ ਯਤਨ ਕਰਨ ਦੇ ਬਾਵਜੂਦ ਉਸ ਨੂੰ ਸਰਾਭੇ ਦੇ ਕਿਸੇ ਥਹੁ ਟਿਕਾਣੇ ਬਾਰੇ ਪਤਾ ਨਾ ਚੱਲਿਆ। ਨੋਟ: ਕਰਤਾਰ ਸਿੰਘ ਸਰਾਭਾ 1 ਦਸੰਬਰ ਨੂੰ ਤੈਅ ਕੀਤੇ ਪ੍ਰੋਗਰਾਮ ਅਨੁਸਾਰ ਸਾਨੇਆਲ ਨੂੰ ਮਿਲਣ ਲਈ ਮਿੱਥੀ ਜਗ੍ਹਾ ਤੇ ਕਿਉਂ ਨਾ ਪਹੁੰਚਿਆ, ਇਹ ਸਵਾਲ ਅੜਾਉਣੀ ਭਰਿਆ ਹੈ, ਕਿਉਂਕਿ ਅਜਿਹੀ ਕੁਤਾਹੀ ਕਰਨੀ ਉਸ ਦੇ ਸੁਭਾਅ ਵਿੱਚ ਨਹੀਂ ਸੀ। ਉਹ ਬਹੁਤ ਹੀ ਜ਼ਿੰਮੇਵਾਰ ਤਬੀਅਤ ਵਾਲਾ ਵਿਅਕਤੀ ਸੀ, ਜਿਸ ਕਰਕੇ ਉਹ ਕਿਸੇ ਵੱਡੇ ਕਾਰਨ ਤੋਂ ਬਿਨਾਂ ਅਜਿਹੀ ਕੁਤਾਹੀ ਨਹੀਂ ਕਰ ਸਕਦਾ ਸੀ। ਉਹ ਕਾਰਨ ਕੀ ਹੋ ਸਕਦਾ ਸੀ, ਇਸ ਬਾਰੇ ਪ੍ਰਤੱਖ ਰੂਪ ਵਿੱਚ ਕਿਤੋਂ ਵੀ ਕੋਈ ਪੱਕਾ ਸਬੂਤ ਨਹੀਂ ਮਿਲਦਾ। ਉਸ ਦਿਨ ਉਹ ਕਿੱਥੇ ਸੀ ਤੇ ਕੀ ਕਰ ਰਿਹਾ ਸੀ, ਇਸ ਬਾਰੇ ਕਿਸੇ ਵੀ ਲਿਖਤ, ਬਿਆਨ ਜਾਂ ਦਸਤਾਵੇਜ਼ ਵਿੱਚੋਂ ਕੋਈ ਹਵਾਲਾ ਨਹੀਂ ਮਿਲਦਾ। ਹਾਂ, ਇਸ ਬਾਰੇ ਕਿਆਫਾ ਜ਼ਰੂਰ ਲਗਾਇਆ ਜਾ ਸਕਦਾ ਹੈ, ਜਿਸ ਦਾ ਜ਼ਿਕਰ ਅਗਲੇ ਕਾਂਡ ਵਿੱਚ ਯੋਗ ਥਾਵੇਂ ਕੀਤਾ ਜਾਵੇਗਾ। ਉਧਰ ਪ੍ਰਿਥਵੀ ਸਿੰਘ ਨੇ ਸਾਨੇਆਲ ਦੇ ਨਾਲ ਕਾਂਸ਼ੀ ਰਾਸ ਬਿਹਾਰੀ ਬੋਸ ਪਾਸ ਜਾਣਾ ਸੀ ਅਤੇ ਉਸ ਨੂੰ ਪੰਜਾਬ ਲਿਆਉਣ ਦਾ ਇੰਤਜ਼ਾਮ ਕਰਨਾ ਸੀ, ਪਰ ਪ੍ਰਿਥਵੀ ਸਿੰਘ ਕਿਸੇ ਜ਼ਰੂਰੀ ਕਾਰਨ ਕਰਕੇ ਸਾਨੇਆਲ ਨਾਲ ਤੁਰੰਤ ਕਾਂਸ਼ੀ ਨਾ ਜਾ ਸਕਿਆ। ਉਸ ਨੇ ਸਾਨੇਆਲ ਕੋਲੋਂ 3-4 ਦਿਨਾਂ ਦੀ ਮੋਹਲਤ ਲੈ ਲਈ ਅਤੇ ਕਾਂਸ਼ੀ ਮਿਲਣ ਲਈ 5 ਦਸੰਬਰ ਦਾ ਦਿਨ ਪੱਕਾ ਕਰ ਲਿਆ। ਉਸ ਨੇ ਪੰਜਾਬ ਮੇਲ ਦੇ ਕਾਂਸ਼ੀ ਪਹੁੰਚਣ ਦੇ ਸਮੇਂ ਅਨੁਸਾਰ ਸਾਨੇਆਲ ਨਾਲ ਮਿਲਣ ਲਈ ਸਟੇਸ਼ਨ ਦਾ ਥਾਂ ਮੁਕਰਰ ਕਰ ਲਿਆ ਸੀ। ਲਾਹੌਰ 1 ਦਿਨ ਦੀ ਠਹਿਰ ਦੌਰਾਨ ਸਾਨੇਆਲ ਆਪਣੇ ਉਥੋਂ ਦੇ ਪੁਰਾਣੇ ਹਿੰਦੂ ਸਾਥੀਆਂ, ਜਿਹੜੇ ਕਾਫੀ ਸਮੇਂ ਤੋਂ ਉਹਨਾਂ ਨਾਲ ਮਿਲ ਕੇ ਚੱਲ ਰਹੇ ਸਨ, ਨੂੰ ਮਿਲਿਆ ਅਤੇ ਉਹਨਾਂ ਨਾਲ ਪੰਜਾਬ ਦੀ ਹਾਲਤ ਬਾਰੇ ਵਿਚਾਰਾਂ ਕਰਨ ਦਾ ਯਤਨ ਕੀਤਾ। ਪਰ ਉਹਨਾਂ ਨਾਲ ਗੱਲਬਾਤ ਕਰਕੇ ਵੀ ਸਾਨੇਆਲ ਨੂੰ ਨਿਰਾਸ਼ਤਾ ਹੋਈ। ਹਾਲਾਂਕਿ ਉਹ ਰਾਸ ਬਿਹਾਰੀ ਬੋਸ ਦੇ ਨੇੜੇ ਰਹਿ ਚੁੱਕੇ ਸਨ, ਪਰ ਉਹ ਉਸ ਨੂੰ ਪੰਜਾਬ ਲਿਆਉਣ ਦੇ ਇੱਛੁਕ ਨਹੀਂ ਸਨ। ਉਹਨਾਂ ਦੀ ਸੌੜੀ ਸੋਚ ਤੇ ਸਨਕੀਪੁਣਾ ਦੇਖ ਕੇ ਸਾਨੇਆਲ ਦਾ ਮਨ ਉਹਨਾਂ ਤੋਂ ਖੱਟਾ ਹੋ ਗਿਆ ਸੀ। ਹੁਣ ਉਸ ਨੂੰ ਯਕੀਨ ਹੋ ਗਿਆ ਸੀ ਕਿ ਕ੍ਰਾਂਤੀ ਦੀ ਤਿਆਰੀ ਦਾ ਨਵਾਂ ਅਧਿਆਇ ਸ਼ੁਰੂ ਹੋ ਚੁੱਕਾ ਹੈ ਅਤੇ ਪੰਜਾਬ ਅੰਦਰ ਉਹਨਾਂ ਦੇ ਪੁਰਾਣੇ ਹਿੰਦੂ ਸਾਥੀ ਹੁਣ ਉਹਨਾਂ ਨਾਲ ਕਦਮ ਮਿਲਾ ਕੇ ਨਹੀਂ ਚੱਲਣਗੇ। ਹੁਣ ਉਹ ਕਿਸਮਤ ਦੀ ਖੇਡ ਸਿੱਖਾਂ ਨਾਲ ਰਲ ਕੇ ਹੀ ਖੇਡਣਗੇ। ਲਾਹੌਰ ਤੋਂ ਕਾਂਸ਼ੀ ਨੂੰ ਜਾਂਦਿਆਂ ਰੇਲ ਵਿੱਚ ਸਾਰੇ ਸਫ਼ਰ ਦੇ ਦੌਰਾਨ ਉਸ ਦੀ ਸੁਰਤ ਪੰਜਾਬ ਉੱਤੇ ਹੀ ਟਿਕੀ ਰਹੀ। ਸਿੱਖਾਂ ਨਾਲ ਗੱਲਾਂ ਬਾਤਾਂ ਕਰਕੇ ਉਸ ਨੂੰ ਕ੍ਰਾਂਤੀ ਦੀ ਹਕੀਕੀ ਸੰਭਾਵਨਾ ਪ੍ਰਤੱਖ ਨਜ਼ਰ ਆਉਣ ਲੱਗ ਪਈ ਸੀ, ਜਿਸ ਨਾਲ ਉਸ ਦਾ ਮਨ ਜਿੱਥੇ ਚਾਅ ਨਾਲ ਉਛਲ ਰਿਹਾ ਸੀ, ਉਥੇ ਨਾਲ ਹੀ ਮਨ ਅੰਦਰ ਅਨੇਕਾਂ ਸਵਾਲ ਤੇ ਤੌਖਲੇ ਖੜੇ ਹੋ ਰਹੇ ਸਨ। ਸਿੱਖਾਂ ਦਾ ਗਦਰ ਲਈ ਜੋਸ਼ ਦੇਖ ਕੇ ਉਸ ਨੂੰ ਜਿੱਤ ਕਰੀਬ ਦਿਸਣ ਲੱਗ ਪਈ ਸੀ, ਪਰ ਉਸ ਨੂੰ ਉਹਨਾਂ ਅੰਦਰ ਇਸ ਜੋਸ਼ ਦੇ ਹਾਣ ਦੀ ਜਥੇਬੰਦ ਯੋਗਤਾ ਤੇ ਸੋਝੀ ਦੀ ਘਾਟ ਮਹਿਸੂਸ ਹੋ ਰਹੀ ਸੀ, ਜਿਸ ਚੋਂ ਉਸ ਨੂੰ ਥੋੜੀ ਚਿੰਤਾ ਹੋ ਰਹੀ ਸੀ, ਜਿਸ ਦਾ ਪ੍ਰਗਟਾਵਾ ਉਸ ਨੇ ਇਹਨਾਂ ਸ਼ਬਦਾਂ ਵਿੱਚ ਕੀਤਾ। ਪੰਜਾਬ ਦੀ ਦਸ਼ਾ ਦੇਖ ਕੇ ਮੈਂ ਸਮਝ ਲਿਆ ਸੀ ਕਿ ਜੇਕਰ ਜਲਦੀ ਹੀ ਇਸ ਸ਼ਕਤੀ ਨੂੰ ਕਾਬੂ ਅਤੇ ਸੰਗਠਿਤ ਨਾ ਕੀਤਾ ਗਿਆ
ਤਾਂ ਸੰਭਵ ਏ ਕਿ ਸਿੱਖ ਬੇਮੌਕਾ ਹੀ ਕੁਝ ਅਜਿਹਾ ਨਾ ਕਰ ਬੈਠਣ ਜਿਸ ਨਾਲ ਸਾਰੀ ਸ਼ਕਤੀ ਅਤੇ ਉਦਮ ਤਹਿਸ ਨਹਿਸ ਹੋ ਜਾਵੇ। ਕਾਂਸ਼ੀ ਪਹੁੰਚ ਕੇ ਉਸਨੇ ਰਾਸ ਬਿਹਾਰੀ ਬੋਸ ਨਾਲ ਸਾਰੀ ਗੱਲ ਸਾਂਝੀ ਕੀਤੀ। ਹੁਣ ਰਾਸ ਬਿਹਾਰੀ ਦੇ ਪੰਜਾਬ ਜਾਣ ਬਾਰੇ ਕੋਈ ਦੁਬਿਧਾ ਨਹੀਂ ਰਹੀ ਸੀ। ਉਸ ਦਾ ਛੇਤੀ ਪੰਜਾਬ ਪਹੁੰਚਣਾ ਜ਼ਰੂਰੀ ਹੋ ਗਿਆ ਸੀ। ਉਹ ਪ੍ਰਿਥਵੀ ਸਿੰਘ ਦੇ ਕਾਂਸ਼ੀ ਪਹੁੰਚਣ ਦਾ ਬੇਤਾਬੀ ਨਾਲ ਇੰਤਜ਼ਾਰ ਕਰਨ ਲੱਗੇ। ਸਚਿੰਦਰ ਨਾਥ ਸਾਨਿਆਲ 5 ਦਸੰਬਰ ਨੂੰ ਪ੍ਰਿਥਵੀ ਸਿੰਘ ਨਾਲ ਮਿੱਥੇ ਸਮੇਂ ਤੇ ਕਾਂਸ਼ੀ ਦੇ ਸਟੇਸ਼ਨ ਉੱਤੇ ਪਹੁੰਚ ਗਏ ਅਤੇ ਪੰਜਾਬ ਮੇਲ ਦੇ ਪਹੁੰਚਣ ਦੀ ਉਡੀਕ ਕਰਨ ਲੱਗੇ। ਪੰਜਾਬ ਮੇਲ ਤਾਂ ਆ ਗਈ, ਪਰ ਪ੍ਰਿਥਵੀ ਸਿੰਘ ਦਾ ਚਿਹਰਾ ਕਿਤੇ ਨਜ਼ਰ ਨਾ ਆਇਆ। ਸਾਨਿਆਲ ਨੇ ਸਾਰਾ ਸਟੇਸ਼ਨ ਛਾਣ ਮਾਰਿਆ। ਫਿਰ ਇਹ ਸੋਚ ਕੇ ਮਨ ਨੂੰ ਧਰਵਾਸ ਦਿੱਤਾ ਕਿ ਹੋ ਸਕਦਾ ਹੈ ਉਹ ਮਿੱਥੇ ਦਿਨ ਤੇ ਪੰਜਾਬ ਮੇਲ ਨਾ ਫੜ ਸਕਿਆ ਹੋਵੇ। ਇਸ ਲਈ ਅਗਲੇ ਦਿਨ ਆਉਣ ਦੀ ਉਮੀਦ ਨਾਲ ਦੂਜੇ ਦਿਨ ਫਿਰ ਸਟੇਸ਼ਨ ਉੱਤੇ ਜਾ ਕੇ ਉਸ ਦੀ ਭਾਲ ਕੀਤੀ, ਪਰ ਪ੍ਰਿਥਵੀ ਸਿੰਘ ਫਿਰ ਨਜ਼ਰ ਨਾ ਆਇਆ। ਤੀਜੇ ਦਿਨ ਫਿਰ ਇਹੀ ਕਿਰਿਆ ਦੁਹਰਾਈ ਗਈ, ਪਰ ਨਿਰਾਸ਼ਾ ਤੋਂ ਸਿਵਾਏ ਹੋਰ ਕੁਝ ਪੱਲੇ ਨਾ ਪਿਆ। ਇਸ ਨਾਲ ਉਹਨਾਂ ਨੂੰ ਭਾਰੀ ਮਾਯੂਸੀ ਹੋਈ, ਕਿਉਂਕਿ ਪੰਜਾਬ ਦੇ ਗਦਰੀਆਂ ਨਾਲ ਨਵੇਂ ਸਿਰਿਓਂ ਸੰਪਰਕ ਗੰਢਣ ਲਈ ਉਹਨਾਂ ਨੂੰ ਗਦਰੀਆਂ ਦੇ ਕਿਸੇ ਵੀ ਟਿਕਾਣੇ ਦਾ ਥਹੁ ਪਤਾ ਨਹੀਂ ਸੀ। ਉਹ ਹੱਥਲ ਹੋ ਕੇ ਬੈਠ ਗਏ ਸਨ। ਉਹਨਾਂ ਨੂੰ ਲੱਗਿਆ ਕਿ ਸ਼ਾਇਦ ਹੁਣ ਉਹਨਾਂ ਦਾ ਪੰਜਾਬ ਨਾਲ ਸੰਬੰਧ ਜੋੜਨਾ ਮੁਸ਼ਕਲ ਹੋ ਜਾਵੇਗਾ। ਵਿਸ਼ਨੂੰ ਗਣੇਸ਼ ਪਿੰਗਲੇ ਦੀ ਸੁਖਦਾਈ ਆਮਦ। ਪਰ ਕੁਦਰਤ ਨੇ ਛੇਤੀ ਹੀ ਉਹਨਾਂ ਦੇ ਪੰਜਾਬ ਨਾਲ ਜੁੜਨ ਦਾ ਨਵਾਂ ਢੋ ਢੁਕਾ ਦਿੱਤਾ। ਵਿਸ਼ਨੂੰ ਗਣੇਸ਼ ਪਿੰਗਲੇ ਨਾਂ ਦਾ ਇੱਕ ਮਰਾਠੀ ਨੌਜਵਾਨ ਅਮਰੀਕਾ ਵਿੱਚ ਮਕੈਨੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕਰਦਾ ਗਦਰੀਆਂ ਦੇ ਸੰਪਰਕ ਵਿੱਚ ਆ ਗਿਆ ਸੀ। ਨਵੰਬਰ 1914 ਵਿੱਚ ਉਹ ਵੀ ਦੂਸਰੇ ਗਦਰੀ ਇਨਕਲਾਬੀਆਂ ਦੇ ਨਾਲ ਹੀ ਆਪਣੀ ਪੜ੍ਹਾਈ ਵਿੱਚੇ ਛੱਡ ਕੇ ਗਦਰ ਕਰਨ ਲਈ ਦੇਸ਼ ਨੂੰ ਚਲਾ ਆਇਆ ਸੀ। ਉਸ ਨੇ ਜਹਾਜ਼ ਵਿੱਚ ਹੀ ਫੈਸਲਾ ਕਰ ਲਿਆ ਸੀ ਕਿ ਉਹ ਪਹਿਲਾਂ ਬੰਗਾਲ ਦੇ ਕ੍ਰਾਂਤੀਕਾਰੀ ਦਲ ਦਾ ਪਤਾ ਲਾਵੇਗਾ ਅਤੇ ਉਸ ਤੋਂ ਬਾਅਦ ਹੀ ਪੰਜਾਬ ਜਾਵੇਗਾ। ਉਹ ਸਮਾਲਮ ਨਾਉ ਦੇ ਜਹਾਜ਼ ਰਾਹੀਂ 20 ਨਵੰਬਰ ਨੂੰ ਕਲਕੱਤੇ ਪੁੱਜਿਆ ਸੀ। ਪੜ੍ਹਨ ਲਈ ਅਮਰੀਕਾ ਜਾਣ ਤੋਂ ਪਹਿਲਾਂ ਪਿੰਗਲੇ ਨੇ ਕੁਝ ਸਾਲ ਸਾਧੂਆਂ ਵਾਲਾ ਜੀਵਨ ਬਤੀਤ ਕੀਤਾ ਸੀ। ਇਸ ਤਰ੍ਹਾਂ ਉਹ ਸਾਧੂ ਬਣ ਕੇ ਪੰਜਾਬ ਸਮੇਤ ਦੇਸ਼ ਦੇ ਕਈ ਖੇਤਰਾਂ ਵਿੱਚ ਘੁੰਮ ਚੁੱਕਾ ਸੀ, ਜਿਸ ਨਾਲ ਉਸ ਦੀ ਦੇਸ਼ ਦੇ ਅੱਡ-ਅੱਡ ਹਿੱਸਿਆਂ ਅੰਦਰ ਵੰਨ ਸੁਵੰਨੇ ਲੋਕਾਂ ਨਾਲ ਜਾਣ ਪਛਾਣ ਬਣ ਗਈ ਸੀ। ਕਲਕੱਤੇ ਪਹੁੰਚ ਕੇ ਉਸਨੇ ਆਪਣੇ ਪੁਰਾਣੇ ਸੱਜਣਾ ਮਿੱਤਰਾਂ ਦੀ ਮਦਦ ਨਾਲ ਕਲਕੱਤੇ ਦੇ ਕਈ ਕ੍ਰਾਂਤੀਕਾਰੀ ਆਗੂਆਂ ਨਾਲ ਮੁਲਾਕਾਤਾਂ ਕੀਤੀਆਂ। ਉਹਨਾਂ ਨੂੰ ਪੰਜਾਬ ਅੰਦਰ ਗਦਰ ਕਰਨ ਦੀਆਂ ਵਿਉਂਤਾਂ ਬਾਰੇ ਦੱਸਿਆ। ਇਸ ਨਾਲ ਪੰਜਾਬ ਅੰਦਰ ਵਿਦਰੋਹ ਦੀਆਂ ਤਿਆਰੀਆਂ ਹੋਣ ਦੀ ਗੱਲ ਕਲਕੱਤੇ ਵਿੱਚ ਫੈਲ ਗਈ। ਉਸ ਵੇਲੇ ਤੱਕ ਬਜ-ਬਜ ਘਾਟ ਦਾ ਖੂਨੀ ਕਾਂਡ ਵਾਪਰ ਚੁੱਕਾ ਸੀ, ਜਿਸ ਕਰਕੇ ਬੰਗਾਲ ਦੇ ਗਰਮ ਖਿਆਲੀ ਨੌਜਵਾਨਾਂ ਦੀ ਪੰਜਾਬ ਵਿੱਚ ਦਿਲਚਸਪੀ ਵੱਧ ਗਈ ਸੀ। ਪਿੰਗਲੇ ਨੇ ਬੰਗਾਲੀ ਇਨਕਲਾਬੀਆਂ ਕੋਲੋਂ ਹਥਿਆਰ, ਪਿਸਤੌਲ ਤੇ ਬੰਬ ਲੈਣ ਲਈ ਵੱਡੀ ਪੱਧਰ ਤੇ ਭੱਜ ਨੱਠ ਕੀਤੀ। ਇਹ ਭੱਜ ਨੱਠ ਅਖੀਰ ਵਿੱਚ ਉਸ ਨੂੰ ਰਾਸ ਬਿਹਾਰੀ ਬੋਸ ਦੇ ਦਰ ਤੇ ਲੈ ਗਈ। ਉਸ ਨੇ ਕਾਂਸ਼ੀ ਜਾ ਕੇ ਰਾਸ ਬਿਹਾਰੀ ਤੇ ਸਚਿੰਦਰ ਨਾਥ ਸਾਨਿਆਲ ਨਾਲ ਰਾਬਤਾ ਕਾਇਮ ਕਰ ਲਿਆ। ਸਾਨਿਆਲ ਨੇ ਲਿਖਿਆ ਹੈ ਕਿ ਜਦੋਂ ਉਸ ਨੇ ਉਹਨਾਂ ਨੂੰ ਪੰਜਾਬ ਦੇ ਗਦਰੀਆਂ ਨਾਲ ਉਸ ਦੇ ਗੂੜ੍ਹੇ ਸਬੰਧਾਂ ਬਾਰੇ ਦੱਸਿਆ ਤਾਂ ਉਹਨਾਂ ਨੂੰ ਇੰਨੀ ਖੁਸ਼ੀ ਹੋਈ ਜਿਵੇਂ ਕੁਬੇਰ ਦਾ ਖਜ਼ਾਨਾ ਮਿਲ ਗਿਆ ਹੋਵੇ। ਪਿੰਗਲੇ ਦੇ ਆਉਣ ਨਾਲ ਸਾਨੂੰ ਸੱਚੀ ਬਹੁਤ ਵੱਡਾ ਆਸਰਾ ਮਿਲਿਆ। ਇਹਨਾਂ ਦੀ ਸਿਆਣਪ ਨੇ ਸਾਡੇ ਦਿਲ ਵਿੱਚ ਖਾਸ ਜਗ੍ਹਾ ਬਣਾ ਲਈ ਸੀ। ਇਹਨਾਂ ਨੂੰ ਦੇਖਣ ਤੇ ਗੱਲਬਾਤ ਕਰਕੇ ਸਾਨੂੰ ਪੱਕਾ ਵਿਸ਼ਵਾਸ ਹੋ ਗਿਆ ਸੀ ਕਿ ਇਹਨਾਂ ਦੁਆਰਾ ਸਾਡੇ ਕਈ ਕੰਮ ਨੇਪਰੇ ਚੜ੍ਹਨਗੇ। ਉਹਨਾਂ ਨੇ ਪਿੰਗਲੇ ਨੂੰ 1-2 ਦਿਨ ਕਾਂਸ਼ੀ ਆਪਣੇ ਕੋਲ ਰੱਖਿਆ ਅਤੇ ਉਸ ਤੋਂ ਬਾਅਦ ਪੰਜਾਬ ਭੇਜ ਦਿੱਤਾ। ਉਸ ਨੇ ਉਹਨਾਂ ਨੂੰ ਕਿਹਾ ਕਿ ਉਹ ਉਸ ਰਾਹੀਂ ਪੰਜਾਬ ਅੰਦਰ ਵੱਡੀ ਮਾਤਰਾ ਵਿੱਚ ਬੰਬ ਗੋਲੇ ਭੇਜ ਸਕਦੇ ਸਨ। ਸਾਨਿਆਲ ਨੇ ਪਿੰਗਲੇ ਨੂੰ ਕਿਹਾ ਕਿ ਬੰਬ ਗੋਲੇ ਤਾਂ ਭੇਜੇ ਜਾ ਸਕਦੇ ਹਨ, ਪਰ ਇੱਕ ਗੋਲੇ ਦੇ ਬਣਾਉਣ ਤੇ 16 ਰੁਪਏ ਦੇ ਲਗਭਗ ਖਰਚ ਹੁੰਦਾ ਹੈ। ਇਸ ਲਈ ਰੁਪਏ ਪੈਸੇ ਦੀ ਮਦਦ ਮਿਲੇ ਬਿਨਾਂ ਬੇਹਿਸਾਬ ਗੋਲਿਆਂ ਦਾ ਭੇਜਣਾ ਔਖਾ ਹੈ। ਇਹਨਾਂ ਨਾਲ ਪ੍ਰਿਥਵੀ ਸਿੰਘ ਅਤੇ ਕਰਤਾਰ ਸਿੰਘ ਦੀ ਵੀ ਚਰਚਾ ਕਰ ਦਿੱਤੀ ਗਈ। ਹੁਣ ਰੁਪਏ ਲਿਆਉਣ ਲਈ ਪੰਜਾਬੀਆਂ ਦਾ ਹਾਲ ਜਾਣਨ ਲਈ ਪਿੰਗਲਾ ਪੰਜਾਬ ਗਿਆ। ਇਸ ਤਰੀਕੇ ਨਾਲ ਪਿੰਗਲੇ ਦੇ ਜ਼ਰੀਏ ਬੰਗਾਲੀ ਦਲ ਦਾ ਪੰਜਾਬੀਆਂ ਦੇ ਗਦਰੀਆਂ ਨਾਲ ਮੁੜ ਸੰਬੰਧ ਜੁੜ ਗਿਆ। ਇਸ ਦੇ ਨਾਲ ਹੀ ਪੰਜਾਬ ਵਿੱਚ ਗਦਰੀਆਂ ਦੀਆਂ ਸਰਗਰਮੀਆਂ ਅੰਦਰ ਇੱਕ ਨਵਾਂ ਮੋੜ ਆ ਗਿਆ ਸੀ।
ਕਿਤਾਬ ਤੂਫਾਨਾਂ ਦਾ ਸ਼ਾਹ ਅਸਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ। ਲੇਖਕ ਸਰਦਾਰ ਅਜਮੇਰ ਸਿੰਘ। ਭਾਗ 25ਵਾਂ। ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਪੂਰੀ ਕਿਤਾਬ ਸੁਣਨ ਵਾਸਤੇ YouTube ਚੈਨਲ ਗੁਰਜੰਟ ਸਿੰਘ ਰੂਪੋਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।